ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਸ਼ਾਂਤ ਮਹੱਲਾ ਚੌਥਾ। ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਗੁਰਮੁਖ ਨਾਮ ਅਮੋਲੇ ਰਾਮ। ਹਰ ਰਸ ਬੀਦਾ ਹਰ ਮਨ ਪਿਆਰਾ। ਮਨ ਹਰ ਰਸ ਨਾਮ ਚਕੋਲੇ ਰਾਮ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਗੁਰਮੁਖ ਨਾਮ ਅਮੋਲੇ ਰਾਮ। ਹਰ ਰਸ ਬੀਦਾ ਹਰ ਮਨ ਪਿਆਰਾ। ਮਨ ਹਰ ਰਸ ਨਾਮ ਚਕੋਲੇ ਰਾਮ। ਗੁਰਮਤਿ ਮਨ ਠਹਿਰਾਈਐ ਮੇਰੀ ਜਿੰਦੜੀਏ। ਅਨ ਤਨ ਕਾਹੂ ਡੋਲੇ ਰਾਮ। ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ। ਗੁਣ ਨਾਨਕ ਬਾਣੀ ਬੋਲੇ ਰਾਮ। ਗੁਰਮਤਿ ਮਨ ਠਹਿਰਾਈਐ ਮੇਰੀ ਜਿੰਦੜੀਏ। ਅਨ ਤਨ ਕਾਹੂ ਡੋਲੇ ਰਾਮ। ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ। ਗੁਣ ਨਾਨਕ ਬਾਣੀ ਬੋਲੇ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵੱਡ ਭਾਗੇ ਹੋ ਆਪ ਜੀ। ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਏ, ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾ ਰਹੇ ਸਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਪਾਵਨ ਸ਼ਬਦ ਬਿਹਾਗੜਾ ਰਾਗ ਦੇ ਅੰਦਰ
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 537 ਅਤੇ 38 ਤੇ ਸੁਭਾਈਮਾਨ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਸਿੱਖਿਆ ਉਪਦੇਸ਼ ਜੀਵਨ ਨੂੰ ਸਫਲ ਕਰਨ ਵਾਸਤੇ ਸਾਡੇ ਸਾਰਿਆਂ ਪ੍ਰਤੀ ਕਰ ਰਹੇ ਨੇ। ਆਸ ਉਤਿਸ ਦੇ ਧਾਰਨੀ ਹੋਣ ਵਾਸਤੇ ਸਾਰੇ ਸਤਸੰਗੀ ਜਿਨ੍ਹਾਂ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਸ਼ਾਂਤ ਮਹੱਲਾ ਚੌਥਾ। ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਹਾਗੜਾ ਹੈ। ਛੰਤ ਇਹ ਕਾਵ ਦੀ ਇੱਕ ਵੰਨਗੀ ਹੈ। ਮਹੱਲਾ ਚੌਥਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਘਰ ਪਹਿਲਾ 12 ਰਾਗਾਂ ਵਿੱਚ ਹੈ। ਗਾਉਣ ਵਾਲਿਆਂ ਪ੍ਰਤੀ ਹਦਾਇਤ ਹੈ ਕਿ ਇਸ ਨੂੰ ਤਾਲ ਰੂਪ ਵਿੱਚ ਘਰ ਪਹਿਲੇ ਵਿੱਚ ਗਾਣਾ ਹੈ। ਅੱਗੇ ਮੰਗਲਾ ਚਰਨ ਹੈ। ਵਾਹਿਗੁਰੂ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਰਵ ਵਿਆਪਕ ਹੈ। ਸਤਿਗੁਰੂ ਦੀ ਕਿਰਪਾ ਨਾਲ ਐਸਾ ਵਾਹਿਗੁਰੂ ਮਿਲਦਾ ਹੈ ਜਾਂ ਪ੍ਰਾਪਤ ਹੁੰਦਾ ਹੈ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਗੁਰਮੁਖ ਨਾਮ ਅਮੋਲੇ RAM। ਮੇਰੀ ਜਿੰਦੜੀਏ, ਇਸ ਅੱਖਰ ਨੂੰ ਆਪਾਂ ਅਰਥ ਕਰਨ ਲੱਗਿਆ ਪਹਿਲਾ ਲੈਣਾ ਹੈ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਜਿੰਦੜੀਏ ਤੋਂ ਭਾਵ ਹੈ ਹੇ ਮੇਰੀ ਜਿੰਦੇ। ਵਾਹਿਗੁਰੂ ਪਰਮਾਤਮਾ ਦਾ, ਹਰੀ ਦਾ ਨਾਮ ਜਿਹੜਾ ਹੈ, ਧਿਆਈਐ ਤੋਂ ਭਾਵ ਧਿਆਣਾ ਚਾਹੀਦਾ ਹੈ। ਕਿਸੇ ਜਾਤ ਵਿੱਚ, ਬਰਾਦਰੀ ਵਿੱਚ, ਭਾਈਚਾਰੇ ਵਿੱਚ, ਕਿਸੇ ਮਜ਼ਹਬ ਵਿੱਚ ਵੀ ਕੋਈ ਪੈਦਾ ਹੋਇਆ ਹੈ, ਇਹ ਛੋਟ ਨਹੀਂ ਕਿ ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਨਾ ਜਪੇ। ਨਹੀਂ, ਹਰ ਇੱਕ ਨੇ ਧਿਆਨ ਹੈ। ਕਿਉਂਕਿ ਪ੍ਰਾਣੀ ਏਕੋ ਨਾਮ ਧਿਆਵੋ। ਲਾਭ ਕੀ ਹੋਵੇਗਾ? ਆਪਣੀ ਪਤ ਸੇਤੀ ਘਰ ਜਾਵੋ। ਪ੍ਰਾਣੀ ਨੂੰ ਕਿਹਾ ਹੈ,
ਇੱਥੇ ਇਹ ਨਹੀਂ ਕਿਹਾ ਕਿ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ, ਨਹੀਂ, ਹਰ ਪ੍ਰਾਣੀ ਮਾਤਰ ਨੂੰ ਇਹ ਪ੍ਰੇਰਨਾ ਕੀਤੀ ਹੈ ਕਿ ਜੇ ਤੂੰ ਇੱਜ਼ਤ ਨਾਲ ਆਪਣੇ ਅਸਲੀ ਘਰ ਵਿੱਚ ਜਾਣਾ ਚਾਹੁੰਦਾ ਹੈ ਤੇ ਫਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਨਾ ਕਰੋ। ਐ ਪ੍ਰਾਣੀਓ, ਇਹ ਮਨੁੱਖਾ ਜੀਵਨ ਮਿਲਿਆ ਹੀ ਇਸ ਵਾਸਤੇ ਆ। ਫਿਰ ਗੁਰੂ ਰਾਮਦਾਸ ਪਾਤਸ਼ਾਹ ਹੀ ਕਿਰਪਾ ਕਰਦੇ ਨੇ। ਇਹ ਕੰਮ ਕਰਦਿਆਂ, ਇਹ ਕਰਮ ਕਰਦਿਆਂ ਢਿੱਲ ਨਹੀਂ ਕਰਨੀ, ਆਲਸ ਨਹੀਂ ਕਰਨਾ, ਕਿਉਂਕਿ ਸਾਡਾ ਸੁਭਾਅ ਹੈ ਚੰਗਾ ਕੰਮ ਕਰਨਾ ਹੋਵੇ ਸਲਾਹਾਂ ਕਰਾਂਗੇ, ਚੰਗਾ ਕੰਮ ਕਰਨਾ ਹੋਵੇ ਉਸ ਵਿੱਚ ਦੇਰ ਕਰਾਂਗੇ, ਪਰ ਮਾੜਾ ਕੰਮ ਕਰਨਾ ਹੋਵੇ ਅਸੀਂ ਸ਼ੇਰ ਬਣ ਜਾਂਦੇ ਹਾਂ, ਤਿਆਰ ਪਰ ਤਿਆਰ ਹੋ ਜਾਂਦੇ ਹਾਂ। ਕਿਉਂਕਿ ਸਤਿਗੁਰਾਂ ਦਾ ਬਚਨ ਹੈ ਨਾ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਇਹਨੂੰ ਸ਼ੇਰ ਵੀ ਪੜ੍ਹਿਆ ਜਾਂਦਾ ਹੈ, ਸ਼ੇਰ ਵੀ ਪੜ੍ਹਿਆ ਜਾਂਦਾ ਹੈ। ਸ਼ੇਰ ਦਾ ਭਾਵ ਬਹਾਦਰ ਬਣ ਜਾਂਦਾ ਹੈ ਤੇ ਸ਼ੇਰ ਦਾ ਭਾਵ ਹੈ ਪੂਰਾ ਪੂਰਾ। ਕਿਉਂਕਿ ਜੇ ਅੱਧ ਸ਼ੇਰ ਹੋਵੇ ਜਾਂ ਪਾਈਆ ਹੋਵੇ ਉਸ ਵਿੱਚ ਘਾਟ ਹੈ, ਤੇ ਸ਼ੇਰ ਪੂਰਾ ਜਿਹੜਾ ਉਹ ਪੂਰਾ ਹੈ। ਮਹਾਰਾਜ ਕਿਰਪਾ ਕਰਦੇ ਨੇ, ਚੰਗਾ ਕੰਮ ਕਰਦਿਆਂ ਅਸੀਂ ਢਿੱਲ ਕਰਦੇ ਹਾਂ, ਪਰ ਮਾੜਾ ਕੰਮ ਕਰਨ ਲੱਗਿਆ ਪੂਰੇ ਪੂਰੇ ਤਿਆਰ ਹੋ ਜਾਂਦੇ ਹਾਂ। ਸਤਿਗੁਰਾਂ ਦੇ ਬਚਨ ਨੇ ਨਾ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ। ਕਿਉਂ? ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਪਤਾ ਸਾਨੂੰ ਸਾਰਿਆਂ ਨੂੰ ਹੈ, ਜਿਹੜਾ ਸਾਹ ਆ ਰਿਹਾ ਹੈ ਇਸ ਤੋਂ ਅਗਲਾ ਸਾਹ ਆਣਾ ਹੈ ਕਿ ਨਹੀਂ ਆਣਾ, ਕਿਸੇ ਨੂੰ ਕੋਈ ਪਤਾ ਨਹੀਂ। ਇਸੇ ਵਾਸਤੇ ਆਖਿਆ ਨਾ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਤ ਨ ਜਾਣਾ, ਨਾਨਕ ਬਿਨਵੈ ਤਿਸੇ ਸਰੇਵੋ, ਜਾ ਕੇ ਜੀ ਪ੍ਰਾਣਾ। ਜਿਹਨੇ ਜਿੰਦ ਦਿੱਤੀ, ਜਿਹੜਾ ਜ਼ਿੰਦ ਦਾ ਮਾਲਕ ਹੈ, ਜਿਸ ਕਰਕੇ ਅਸੀਂ ਸਭ ਕੁਝ ਕਰ ਰਹੇ ਹਾਂ। ਆਪ ਜੀ ਬਹੁਤ ਵਾਰੀ ਇਹ ਬਚਨ ਪੜ੍ਹਦੇ ਹੋ ਨਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲਲਾਏ। ਬਹੁਤਾ ਬੋਲਣ ਝੱਖਣ ਹੋਏ, ਵਿਨ ਬੋਲੇ ਜਾਣੇ ਸਭ ਸੋਏ। ਅਗਲਾ ਬੰਦ। ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਇਹ ਸਾਰਾ ਕੁਝ ਜਿਹਨੇ ਦਿੱਤਾ ਹੈ, ਜਿਸ ਦੀ ਕਿਰਪਾ ਨਾਲ ਸਾਡੇ ਅੰਦਰ ਵਾਜਾ ਸਵਾਸਾਂ ਦਾ ਵੱਜ ਰਿਹਾ ਹੈ, ਅਸੀਂ ਬੋਲ ਰਹੇ ਹਾਂ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਹਾਂ। ਕੀਮਤੀ ਸਾਨੂੰ ਇੰਦਰੇ ਦਿੱਤੇ ਨੇ, ਜਿਹਦੇ ਨਾਲ ਅਸੀਂ ਸਭ ਕੁਝ ਸੁਣਦੇ ਵੀ ਪਏ ਹਾਂ, ਵੇਖਦੇ ਵੀ ਪਏ ਹਾਂ। ਬਾਬਾ ਨਾਨਕ ਜੀ ਆਖਦੇ ਨੇ, ਉਸ ਨੂੰ ਚੇਤੇ ਰੱਖੋ, ਉਹਨੂੰ ਭੁਲਾਣਾ ਨਹੀਂ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ।
ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਇਸ ਕੰਮ ਵਿੱਚ ਢਿੱਲ ਨਹੀਂ ਕਰਨੀ। हे ਮੇਰੀ ਜਿੰਦੇ, ਹਰੀ ਦਾ ਨਾਮ ਧਿਆਨਾ ਚਾਹੀਦਾ ਹੈ। ਹੁਣ ਅੱਗੇ ਮਹਾਰਾਜ ਕਿਰਪਾ ਕਰਦੇ ਨੇ, ਇਹ ਜਿਹੜਾ ਨਾਮ ਅਮੋਲ ਹੈ, ਕਿਸੇ ਮੁੱਲ ਨਾਲ ਨਹੀਂ ਮਿਲਦਾ, ਕਿਸੇ ਕੀਮਤ ਨਾਲ ਨਹੀਂ ਮਿਲਦਾ। ਜੇ ਨਾਮ ਕੀਮਤ ਨਾਲ ਮਿਲਦਾ ਹੁੰਦਾ ਤੇ ਅਮੀਰ ਲੋਕਾਂ ਨੇ ਗਰੀਬਾਂ ਨੂੰ ਜਪਣ ਨਹੀਂ ਸੀ ਦੇਣਾ। ਉਹਨਾਂ ਨੇ ਪੈਸੇ ਨਾਲ ਹੀ ਇਹ ਖਰੀਦ ਲੈਣਾ ਸੀ। ਫਿਰ ਭਗਤ ਰਵਿਦਾਸ ਜੀ ਦੀ ਜਾਂ ਕਬੀਰ ਸਾਹਿਬ ਜੀ ਦੀ ਜਾਂ ਹੋਰ ਜਿਹੜੇ ਅਖੌਤੀ ਜਾਤ, ਵੈਸੇ ਸਿੱਖ ਧਰਮ ਨੇ, ਗੁਰਮਤ ਨੇ ਇਹਨੂੰ ਨਹੀਂ ਮੰਨਿਆ। ਵੱਡਾ ਛੋਟਾ ਜਾਂ ਊਚ ਨੀਚ ਦੀ ਗੱਲ, ਮਹਾਰਾਜ ਨੇ ਤਾਂ ਇਹਨੂੰ ਮੁੱਢੋਂ ਹੀ ਖਤਮ ਕਰ ਦਿੱਤਾ। ਮਾਨਸ ਕੀ ਜਾਤ ਸਭੈ ਏਕੈ ਹੀ ਪਹਿਚਾਨਬੋ, ਜਾਨੋ ਜੋਤ ਨਾ ਪੁੱਛੋ ਜਾਤੀ। ਪਰ ਇਹ ਗਰੀਬਾਂ ਨੂੰ ਨਹੀਂ ਸੀ ਮਿਲਣਾ। ਜੇ ਪੈਸੇ ਨਾਲ ਨਾਮ ਮਿਲਦਾ ਹੁੰਦਾ, ਪੈਸੇ ਨਾਲ ਨਹੀਂ ਮਿਲਦਾ, ਫਿਰ ਕਿਵੇਂ ਮਿਲਦਾ ਹੈ? ਸਤਿਗੁਰੂ ਮਹਾਰਾਜ ਨੇ ਪਹਿਲਾਂ ਆਖਿਆ, ਹੇ ਮੇਰੇ ਜਿੰਦੇ, ਹਰੀ ਦਾ ਨਾਮ ਧਿਆ, ਪਰ ਨਾਰੀ ਆਖਿਆ ਗੁਰਮੁਖ ਨਾਮ ਅਮੋਲੇ ਰਾਮ। ਇਹ ਜਿਹੜਾ ਨਾਮ ਧਿਆਨਾ ਹੈ, ਜਿਹੜਾ ਨਾਮ ਅਮੋਲਕ ਹੈ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਇਹ ਜਿਹੜਾ ਅਮੋਲਕ ਨਾਮ ਹੈ, ਇਹ ਮਿਲਣਾ ਕਿੱਥੋਂ ਹੈ? ਗੁਰੂ ਕੋਲੋਂ। ਇੱਕ ਗੱਲ ਧਿਆਨ ਵਿੱਚ ਰੱਖਣੀ ਹੈ, ਸਿੱਖ ਹੋਣ ਦੇ ਨਾਤੇ ਸਿੱਖਾ ਤੂੰ ਇਹ ਗੱਲ ਆਪਣੇ ਅੰਦਰ ਬਿਠਾ ਲੈ, ਗੁਰੂ ਤੋਂ ਬਗੈਰ ਨਾਮ ਨਹੀਂ ਮਿਲਣਾ। ਕਿਉਂਕਿ ਹਰ ਨਾਮ ਦਿਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਹਉ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ, ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਬਹੁਤ ਵਾਰੀ ਆਪ ਜੀ ਇਹ ਮੁਖ ਵਾਕ ਸਰਵਨ ਕਰ ਦਿਓ, ਮੇਰਾ ਹੀਅਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਇਹ ਦਾਤ ਕੇਵਲ ਗੁਰੂ ਕੋਲ ਹੈ ਤੇ ਗੁਰੂ ਰਾਹੀਂ ਇਹ ਪ੍ਰਾਪਤ ਹੋਣੀ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਗੁਰਮੁਖ ਤੋਂ ਭਾਵ ਹੈ ਗੁਰੂ ਦੇ ਰਾਹੀਂ, ਗੁਰੂ ਦੇ ਸਨਮੁਖ ਹੋਇਆਂ ਇਹ ਅਮੋਲਕ ਜਿਹੜਾ ਨਾਮ ਹੈ, ਜਿਸ ਦਾ ਕੋਈ ਮੁੱਲ ਨਹੀਂ ਪਾ ਸਕਦਾ, ਗੁਰੂ ਕੋਲੋਂ ਹੀ ਮਿਲਣਾ ਹੈ। ਹਰ ਰਸ ਬੀਦਾ ਹਰ ਮਨ ਪਿਆਰਾ, ਮਨ ਹਰ ਰਸ ਨਾਮ ਚਕੋਲੇ ਰਾਮ। ਹਰ ਰਸ ਬੀਦਾ ਹਰ ਮਨ ਪਿਆਰਾ। ਜਿਹੜਾ ਮਨ ਬੀਦਾ, ਬੀਦਾ ਤੋਂ ਭਾਵ ਵਿਝ ਗਿਆ, ਲੱਗ ਗਿਆ, ਉਹੀ ਮਨ ਹੀ ਵਾਹਿਗੁਰੂ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਵਾਹਿਗੁਰੂ ਨੂੰ ਕਿਹੜਾ ਮਨ ਚੰਗਾ ਲੱਗਦਾ ਹੈ? ਜਿਹੜਾ ਵਾਹਿਗੁਰੂ ਦੇ ਰਸ ਵਿੱਚ ਵਿਝ ਗਿਆ, ਜਿਹੜਾ ਵਾਹਿਗੁਰੂ ਦੇ ਰਸ ਵਿੱਚ ਆਪਣੇ ਆਪ ਨੂੰ ਜੋੜ ਲਿਆ, ਜਿਹਨੇ, ਜਿਹੜਾ ਚੰਗੀ ਤਰ੍ਹਾਂ ਜੁੜ ਗਿਆ, ਜਿਹੜਾ ਜਾਤ ਪਾਤ ਦੀ ਪਰਵਾਹ ਨਹੀਂ ਕਰਦਾ। ਭਗਤ ਨਾਮਦੇਵ ਜੀ ਦੇ ਬਚਨ ਆਪਾਂ ਪੜ੍ਹਦੇ ਹਨ, ਭਗਤ ਜੀ ਕਿਰਪਾ ਕਰਦੇ ਨੇ, ਮਨ ਮੇਰੋ ਗਜ ਜੇਵਾ ਮੇਰੀ ਕਾਤੀ, ਮਪ ਮਪ ਕਾਟੂ ਜਮ ਕੀ ਫਾਂਸੀ, ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ। ਜਾਤ ਪਾਤ ਦਾ ਮੇਰੇ ਉੱਤੇ ਕੋਈ ਅਸਰ ਨਹੀਂ। ਜਿਨ੍ਹਾਂ ਦਾ ਮਨ ਵਿਝ ਗਿਆ, ਰੱਬ ਨਾਲ ਜੁੜ ਗਿਆ, ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ। ਤੇ ਉਹੀ ਮਨ ਹੀ
ਵਾਹਿਗੁਰੂ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ। ਫਿਰ ਹਰ ਰਸ ਨਾਮ ਝਕੋਲੇ RAM, ਝਕੋਲੇ ਤੋਂ ਭਾਵ ਚੁੱਭੀ ਲਾਰੀ। ਉਹ ਹੀ ਮਨ ਹਰੀ ਦੇ ਰਸ ਵਿੱਚ ਫਿਰ ਚੁੱਭੀਆਂ ਲਾਂਦਾ ਰਹਿੰਦਾ ਹੈ, ਚੁੱਭੀਆਂ ਲਾਂਦਾ ਹੈ, ਭਾਵ ਚੰਗੀ ਤਰ੍ਹਾਂ ਹਰੀ ਰਸ ਦਾ ਆਨੰਦ ਮਾਣਦਾ ਹੈ। ਗੁਰਮਤਿ ਮਨ ਠਹਿਰਾਈਐ ਮੇਰੀ ਜਿੰਦੜੀਏ, ਅਨ ਤਨ ਕਾਹੂ ਡੋਲੇ RAM। ਮਨ ਜਿਹੜਾ ਹੈ ਇਹ ਟਿਕਦਾ ਨਹੀਂ, ਮਨ ਦੌੜਦਾ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਹੈ ਕੱਲ ਨੂੰ। ਅੱਜ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਗੁਰੂ ਕੇ ਮਹਿਲ ਗੁਰੂ ਘਰ ਦੇ ਵਿੱਚ ਜਾਣਾ ਹੈ। ਸਤਿਗੁਰੂ ਨੇ ਇਹ ਗੱਲ ਕਹੀ ਹੈ, ਮਾਂ ਮੇਰਾ ਮਨ ਨਹੀਂ ਟਿਕਦਾ, ਵਸ ਵਿੱਚ ਨਹੀਂ, ਦਿਨ ਰਾਤ ਹੀ ਦੌੜਿਆ ਫਿਰਦਾ। ਮਾਈ ਮਨ ਮੇਰੋ ਬਸ ਨਾਹੀਂ, ਨਿਸ ਬਾਸਰ ਬਿਖੀਨ ਕੋ ਧਾਵਤ, ਕਹਿ ਬਿਦ ਰੋਕੂ ਤਾਹੇ। ਚਾਂਦ ਭੱਟ ਦੇ ਬਚਨ ਨੇ ਨਾ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਇਸੇ ਵਿੱਚ ਹੀ ਆਂਦਾ ਹੈ ਨਾ, ਬਾਹਾਂ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਹਾਂ ਨ ਛੋੜੀਐ। ਚਾਂਦ ਭੱਟ ਆਖਦੇ ਨੇ ਮਨ ਟਿਕਦਾ ਨਹੀਂ। ਵਸ ਆਨਿਓ ਵੇ ਜਨ ਇਸ ਮਨ ਕੋ, ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਬਾਸੇ ਜਿਉ ਨਿਤ ਭੌਂਦਿਆ, ਬਾਸਾ ਇੱਕ ਸ਼ਿਕਾਰੀ ਜਾਨਵਰ ਹੈ ਜਿਹੜਾ ਦੌੜਿਆ ਹੀ ਫਿਰਦਾ, ਟਿਕਦਾ ਹੀ ਨਹੀਂ। ਮਨ ਨੂੰ ਉਸ ਨਾਲ ਤੁਲਨਾ ਦਿੱਤੀ, ਪਰ ਨਾਲ ਹੀ ਕਿਰਪਾ ਕੀਤੀ। ਮਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਪੂਰੀ ਕਿਰਪਾ ਵਾਹਿਗੁਰੂ ਦੀ ਵਰਤ ਜਾਵੇ, ਮਨ ਵਸ ਵਿੱਚ ਆ ਜਾਂਦਾ ਹੈ, ਮਨ ਕੰਟਰੋਲ ਵਿੱਚ ਆ ਜਾਂਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ, ਅੰਤ ਨ ਕਾਹੂ ਡੋਲੇ RAM। ਐ ਮੇਰੀ ਜਿੰਦੇ, ਕੇਵਲ ਗੁਰੂ ਦੀ ਮੱਤ ਨੂੰ ਜੀਵਨ ਦੇ ਅੰਦਰ ਧਾਰਨ ਕਰ ਲੈ, ਮਨ ਡੋਲਣੋਂ ਹਟ ਜਾਵੇਗਾ। ਕਿਉਂਕਿ ਅੰਦਰੋਂ ਅਰਦਾਸ ਨਿਕਲੇਗੀ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅੰਦਰੋਂ ਅਰਦਾਸ ਨਿਕਲੇਗੀ ਕਿ ਤੂੰ ਮੇਰੋ ਮੇਰ ਪਰਵਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਤੋਂ ਪਹਿਲਾਂ ਇਹਨਾਂ ਲੋਕਾਂ ਨੇ ਜਿਹੜੇ ਗਰੀਬਾਂ ਦੀ, ਨਿਤਾਣਿਆਂ ਦੀ, ਨਿਮਾਣਿਆਂ ਦੀ ਬਾਂਹ ਫੜਨ ਦਾ ਅਫਸੋਸ ਮਨ ਦੇ ਅੰਦਰ ਕਰ ਰਹੇ ਸੀ, ਕਿਉਂਕਿ ਸਾਡਾ ਤਾਂ ਟੀਚਾ ਹੈ ਸਾਰੇ ਲੋਕਾਂ ਨੂੰ ਮੁਸਲਮਾਨ ਬਣਾਇਆ ਜਾਵੇ, ਤੇ ਸਾਡੇ ਰਾਹ ਵਿੱਚ ਰੋੜਾ ਕੌਣ ਬਣ ਸਕਦਾ ਹੈ। ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਨਾਲ ਜਿਹੜੇ 3 ਸਿੱਖ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਇਹਨਾਂ ਨੂੰ ਵਾਰੀ-ਵਾਰੀ ਸ਼ਹੀਦ ਕੀਤਾ ਹੈ। ਆਮ ਤੌਰ ਤੇ ਲੋਕ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ। ਪਰ ਸਤਿਗੁਰੂ ਮਹਾਰਾਜ ਦੇ ਪਿਆਰੇ ਸਿੱਖ ਜਿਹੜੇ ਨੇ ਨਾ, ਸਾਧ ਸੰਗਤ ਮੌਤ ਨੂੰ ਮਜ਼ਾਕ ਕਰਦੇ ਨੇ, ਮੌਤ ਨੂੰ ਮਖੌਲ ਕਰਦੇ ਨੇ, ਤੇ ਜ਼ਲਾਦ
ਜਿਹੜੇ ਤਸਈਏ ਦੇਣ ਵਾਲੇ ਨੇ ਉਹਨਾਂ ਪ੍ਰਤੀ ਵੀ ਇਹ ਬਚਨ ਕਰਦੇ ਨੇ, ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਤਰ ਤੀਰ, ਰੋਮ ਰੋਮ ਵਿੱਚ ਮਹਿੰਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭਾਵਦਾ ਧਰਮ ਛੱਡਣਾ ਪਾਪ, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜਸਾਂ ਤੇਰਾ ਦੀਨ ਨਹੀਂ ਲੋੜ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਨਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਧਰਮ ਨਾ ਜਾਏ। ਫਿਰ ਧਿਆਨ ਦੇਵਿਓ, ਦੇਗਾਂ ਵਿੱਚ ਦਾਲਾਂ ਉਬਾਲੀਆਂ ਜਾਂਦੀਆਂ ਨੇ, ਸਬਜ਼ੀਆਂ ਉਬਾਲੀਆਂ ਜਾਂਦੀਆਂ ਨੇ, ਪਰ ਇੱਥੇ ਗੁਰੂ ਨੂੰ ਵੀ ਉਬਾਲਿਆ ਗਿਆ। ਤੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਦੇ ਕਥਨ ਮੁਤਾਬਕ ਕਹਿੰਦੇ ਨੇ, ਭਾਈ ਦਿਆਲਾ ਜੀ ਨੂੰ ਜਦੋਂ ਦੇਗ ਵਿੱਚ ਬਿਠਾਇਆ ਆਖਿਆ, ਸਤਿਗੁਰੂ ਕਦੀ ਆਪ ਦੁਸ਼ਮਣ ਦੀ ਦੇਗ ਵਿੱਚ ਉਬਲੇ, ਪਰ ਅੱਜ ਤੁਹਾਡਾ ਸਿੱਖ ਤੁਹਾਡੀ ਕਿਰਪਾ ਦੇ ਨਾਲ ਇਸ ਦੇਗ ਦੇ ਵਿੱਚ ਬੈਠਣ ਲੱਗਾ, ਕਿਰਪਾ ਕਰਿਓ ਜਿਸ ਤਰ੍ਹਾਂ ਆਪ ਜੀ ਨੇ ਆਪਣਾ ਸਿਦਕ ਨਿਭਾਇਆ, ਇਸੇ ਤਰ੍ਹਾਂ ਤੁਹਾਡੇ ਸਿੱਖ ਦਾ ਸਿਦਕ ਵੀ ਨਿਭ ਜਾਏ। ਫਿਰ ਬੇਨਤੀ ਕਰਾਂ, ਸਤੀ ਦਾਸ ਰੂਮ ਵਿੱਚ ਪਾੜ ਬਨ ਕੇ ਸਰੀਰ ਦੇ ਨਾਲ ਲਪੇਟ ਕੇ ਸਾੜਿਆ ਗਿਆ। ਤੇ ਮੈਂ ਕਈ ਵਾਰੀ ਹੈਰਾਨ ਹੁੰਨਾ, ਜਿਸ ਸਰੀਰ ਨੂੰ 9 ਮਣ ਲੱਕੜਾਂ ਦੀ ਲੋੜ ਹੈ, ਅੰਦਾਜ਼ਾ ਕੁਝ ਘੱਟ ਪਾ ਦਿੰਦੇ ਨੇ, ਕੁਝ ਵੱਧ ਪਾ ਦਿੰਦੇ ਨੇ, ਪਰ ਆਮ ਤੌਰ ਤੇ 9 ਮਣ ਲੱਕੜਾਂ ਸਰੀਰ ਨੂੰ ਸਾੜਨ ਵਾਸਤੇ ਖਰੀਦੀਆਂ ਜਾਂਦੀਆਂ ਨੇ। ਤੇ ਬੇਨਤੀ ਕਰਾਂ, ਜਿਹੜਾ 9 ਮਣ ਲੱਕੜਾਂ ਦੇ ਨਾਲ ਸਰੀਰ ਸੜਦਾ ਹੈ, ਰੂੰ ਬੰਨ ਕੇ ਲਪੇਟ ਕੇ ਜਦੋਂ ਸਾੜਿਆ ਗਿਆ ਹੋਵੇਗਾ, ਧਿਆਨ ਦੇਵਿਓ ਉਸ ਵੇਲੇ ਸਰੀਰ ਦੀ ਹਾਲਤ ਕੀ ਹੋਵੇਗੀ। ਪਰ ਉਹ ਆਤਮਾ ਕਿੰਨੀ ਅਡੋਲ ਹੈ, ਆਤਮਾ ਕਿੰਨੀ ਅਡੋਲ ਹੈ, ਕਿਉਂਕਿ ਸਾਧ ਸੰਗਤ ਗੁਰਮਤਿ ਮਨ ਠਹਿਰਾਈਐ ਮੇਰੀ ਜਿੰਦੜੀਏ, ਅੰਤ ਨਾ ਕਾਹੂ ਡੋਲੇ ਰਾਮ। ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਜੀਵਨ ਅੰਦਰ ਧਾਰਨ ਕਰਕੇ ਨਾਮ ਜਪਿਆ, ਆਰਿਆਂ ਨਾਲ ਚੀਰੇ ਵੀ ਗਏ, ਦੇਗਾਂ ਵਿੱਚ ਉਬਾਲੇ ਵੀ ਗਏ, ਰੂਹ ਨਾਲ ਸਾੜੇ ਵੀ ਗਏ, ਪਰ ਅੱਜ ਵੀ ਸਾਨੂੰ ਕਈ 100 ਸਾਲ ਬੀਤ ਜਾਣ ਤੋਂ ਬਾਅਦ ਪ੍ਰੇਰਨਾ ਕੀਤੀ ਜਾਂਦੀ ਏ, ਤਿੰਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿਉਂ? ਆਮ ਲੋਕਾਂ ਦਾ ਧਿਆਨ ਧਰ ਕੇ ਕਿਉਂ ਨਹੀਂ ਕਿਹਾ ਜਾਂਦਾ? ਕੇਵਲ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਕਿਹਾ ਜਾਂਦਾ ਹੈ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਗੁਰੂ ਦੀ ਮੱਤ ਨਾਲ ਇਹ ਮਨ ਜਿਹੜਾ ਟਿਕਾ ਵਿੱਚ ਆਂਦਾ, ਤੇ ਜਿਹੜਾ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਮਨ ਟਿਕ ਜਾਂਦਾ ਹੈ, ਫਿਰ ਉਹ ਡੋਲਦਾ ਨਹੀਂ। ਭਾਈ ਗੁਰਦਾਸ ਜੀ ਨੇ ਬੜੀ ਕਿਰਪਾ ਕੀਤੀ। ਪਵਨ ਗਵਨ ਜੈਸੇ ਗੁੜੀਆ ਉੜਤ ਰਹਿ, ਪਵਨ ਗਵਨ ਜੈਸੇ ਗੁੜੀਆ ਉੜਤ ਰਹਿ, पवन रहत गुडी उड़ न सकत है। डोरी की मरोर जैसे लटुआ फिरत रहे, ताव हाव मिटै गिर परै होए थकत है। कंचन असुध जो कुठारी ठहरात नाही। भाई साहब आखदे ने नेचल पए, जदों कंचन सुध पए नेचल सब को शकत है। दुर्मत दुबदा भ्रमत है चतुर कुंट, गुरमत एक टेक मोन न भगत है। दुबदा विच लग के भैड़ी मत नूं धारण करके ये मन चारां दिशावां दे विच घुमदा है, पर जदों गुरमत जीवन दे विच मिल जावे फिर ये टिक जांदा है, फिर बोलदा नहीं, फिर केवल ते केवल वाहिगुरू दी कृपा दा पात्र बनदा अपने जीवन दे अंदर। जिवें साध संगत हवा चले पतंग उड़दी है, हवा रुक जाए पतंग नहीं उड़दी। डोरी नूं वट चढ़िया होवे लाटू घुमदा है,
ਪਰ ਵਟ ਲੈ ਜਾਵੇ ਲਾਟੂ ਨਹੀਂ ਘੁੰਮਦਾ। ਜਿਹੜਾ ਸੋਨਾ ਮਿਲਾਵਟ ਵਾਲਾ ਹੈ ਕੁਠਾਰੀ ਦੇ ਅੰਦਰ ਘੁੰਮਦਾ ਹੈ, ਪਰ ਜਦੋਂ ਸ਼ੁੱਧ ਹੋ ਜਾਵੇ ਫਿਰ ਟਿਕ ਜਾਂਦਾ ਹੈ। ਗੁਰੂ ਕੀ ਕਰਦਾ ਹੈ? ਪਹਿਲਾਂ ਮਨ ਨੂੰ ਸ਼ੁੱਧ ਕਰਦਾ ਹੈ, ਇਸ ਦੇ ਵਿੱਚੋਂ ਮੈਲ ਕੱਢਦਾ ਹੈ, ਇਹਨੂੰ ਨਿਰਮਲ ਕਰਦਾ ਹੈ, ਤੇ ਜਦੋਂ ਨਿਰਮਲ ਮਨ ਹੋ ਜਾਂਦਾ ਹੈ ਫਿਰ ਉਹ ਟਿਕ ਜਾਂਦਾ ਹੈ ਤੇ ਫਿਰ ਕਿਸੇ ਹੋਰ ਪਾਸੇ ਨਹੀਂ ਜਾਂਦਾ। ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ RAM। ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਨਾਨਕ ਆਖ, ਜਿਹੜੇ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨਾਲ ਸਰਸਾਰ ਭਾਵ ਜਿਹੜੀ ਬਾਣੀ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਗਾਉਂਦੇ ਹਨ ਤੇ ਉਹਨਾਂ ਨੂੰ ਮਨ ਚਿੰਦਿਆੜੇ ਫਲ ਪ੍ਰਾਪਤ ਹੋ ਜਾਂਦੇ ਨੇ। ਜੋ ਇੱਛਾ ਉਹ ਆਪਣੇ ਮਨ ਵਿੱਚ ਕਰਦੇ ਨੇ, ਵਾਹਿਗੁਰੂ ਉਹਨਾਂ ਦੀ ਪੂਰੀ ਕਰਦਾ ਹੈ। ਗੁਰਮਤਿ ਮਨ ਅੰਮ੍ਰਿਤ ਬੁੱਠੜਾ ਮੇਰੀ ਜਿੰਦੜੀਏ, ਮੁਖ ਅੰਮ੍ਰਿਤ ਬੈਣ ਅਲਾਏ RAM। ਗੁਰੂ ਦੀ ਮੱਤ ਰਾਈ ਜਿਸ ਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਵਸ ਜਾਂਦਾ ਹੈ, ਫਿਰ ਉਹ ਅੰਮ੍ਰਿਤ ਬੋਲ ਹੀ ਆਪਣੇ ਮੁਖ ਤੋਂ ਬੋਲਦਾ ਹੈ। ਕਿਉਂਕਿ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨ ਜਾਣਾ ਦੁਆ ਤੀਆ। ਮਹਾਰਾਜ ਕਿਰਪਾ ਕਰਦੇ ਨੇ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਏ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਨਾਨਕ ਅੰਮ੍ਰਿਤ ਮਨੇ ਮਾਹੇ, ਪਾਈਐ ਗੁਰ ਪ੍ਰਸਾਦ। ਤਿੰਨੀ ਪੀਤਾ ਰੰਗ ਸਿਉ, ਜਿਨ ਕੋ ਲਿਖਿਆ ਆਦ। ਅੰਮ੍ਰਿਤ ਕੀ ਹੈ? ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਇ। ਮਹਾਰਾਜ ਆਖਦੇ ਨੇ, ਗੁਰੂ ਦੀ ਮੱਤ ਰਾਹੀਂ ਜਿਨ੍ਹਾਂ ਨੂੰ ਅੰਮ੍ਰਿਤ ਨਾਮ ਪ੍ਰਾਪਤ ਹੋ ਜਾਂਦਾ ਹੈ, ਫਿਰ ਅੰਮ੍ਰਿਤ ਬੋਲ ਹੀ ਆਪਣੇ ਮੂੰਹ ਤੋਂ ਬੋਲਦੇ ਹਨ। ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ, ਮਨ ਸੁਣੀਐ ਹਰ ਲਿਵ ਲਾਏ RAM। ਜਿਹੜੀ ਭਗਤੀ ਕਰਨ ਵਾਲਿਆਂ ਦੇ ਮੁਖਾਰ ਬਿੰਦ ਤੋਂ ਨਿਕਲੀ ਹੋਈ ਅੰਮ੍ਰਿਤ ਬਾਣੀ ਹੈ, ਮਹਾਰਾਜ ਆਖਦੇ ਨੇ, ਹੇ ਮੇਰੀ ਜਿੰਦੇ, ਜਿਹੜਾ ਉਸ ਨੂੰ ਸੁਣਦਾ ਹੈ, ਸੁਣਨ ਤੋਂ ਬਾਅਦ ਉਸ ਦੀ ਲਿਵ ਵਾਹਿਗੁਰੂ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ। ਚਿਰੀ ਵਿਸ਼ੁੰਨਾ ਹਰ ਪ੍ਰਭ ਪਾਇਆ, ਗਲ ਮਿਲਿਆ ਸਹਿਜ ਸੁਭਾਏ RAM। ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਦੇ ਨਾਲ ਜਿਹੜੇ ਲੱਗ ਜਾਂਦੇ ਨੇ, ਜੁੜ ਜਾਂਦੇ ਨੇ, ਚਿਰਾਂ ਤੋਂ ਵਿਛੜਿਆ ਹੋਇਆ ਵਾਹਿਗੁਰੂ ਜੀ ਉਹਨਾਂ ਨੂੰ ਮਿਲ ਜਾਂਦਾ ਹੈ, ਉਹਨਾਂ ਨੂੰ ਮਿਲ ਜਾਂਦਾ ਹੈ। ਇੱਥੇ ਬਸ ਨਹੀਂ, ਜਿਹੜੇ ਬਾਣੀ ਨਾਲ ਪਿਆਰ ਕਰਦੇ ਨੇ, ਬਾਣੀ ਗਾਇਨ ਕਰਦੇ ਨੇ, ਬਾਣੀ ਨੂੰ ਵਿਚਾਰਦੇ ਨੇ, ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਗਲ ਆ ਕੇ ਮਿਲਦਾ ਹੈ, ਗਲਵੱਕੜੀ ਪਾ ਕੇ ਮਿਲਦਾ ਹੈ, ਉਹਨਾਂ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ। ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਜਿੰਦੜੀਏ, ਅਨੰਤ ਨ ਕਾਹੂ ਸ਼ਬਦ ਵਜਾਏ RAM। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਨੇ, ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਜਿੰਦੜੀਏ, ਅਨਹਤ ਸ਼ਬਦ ਵਜਾਏ RAM। ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਬਾਣੀ ਦਾ ਆਨੰਦ ਆਉਂਦਾ ਹੈ, ਉਹਨਾਂ ਦੇ ਅੰਦਰ ਹੀ ਆਨੰਦ ਪੈਦਾ ਹੋ ਜਾਂਦਾ ਹੈ। ਮਹਾਰਾਜ ਕਿਰਪਾ ਕਰਦੇ ਨੇ, ਲਗਾਤਾਰ ਇਹ ਆਨੰਦ ਉਹਨਾਂ ਦਾ ਬਣਿਆ ਰਹਿੰਦਾ ਹੈ। ਇੱਕ ਰਸ ਉਹਨਾਂ ਦੇ ਅੰਦਰ ਸਾਧ ਸੰਗਤ ਵਾਜੇ ਵੱਜਦੇ ਰਹਿੰਦੇ ਹਨ। ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ,
ਕੋਈ ਹਰ ਪ੍ਰਭ ਆਣ ਮਿਲਾਵੇ RAM। ਮੇਰੀ ਜਿੰਦੜੀਏ ਤੋਂ ਭਾਵ ਹੈ ਮੇਰੀ ਜਿੰਦੇ ਇਹ ਆਖ ਕੇ ਹੈ ਮੇਰੀ ਸਖੀਓ ਹੈ ਮੇਰੀਓ ਸਹੇਲਿਓ ਕੋਈ ਵੀ ਮੈਨੂੰ ਵਾਹਿਗੁਰੂ ਪਰਮਾਤਮਾ ਨੂੰ ਲਿਆ ਕੇ ਮਿਲਾ ਦਿਓ। ਭਾਵ ਵਾਹਿਗੁਰੂ ਪਰਮਾਤਮਾ ਨੂੰ ਲਿਆ ਕੇ ਮੈਨੂੰ ਮਿਲਾ ਦਿਓ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ। ਇਹ ਵੀ ਗੱਲ ਧਿਆਨ ਵਿੱਚ ਰੱਖਣੀ ਹੈ। ਇੱਥੇ ਇਹ ਨਹੀਂ ਆਖਿਆ ਕੋਈ ਉੱਚੀ ਜਾਤ ਵਾਲਾ ਮੈਨੂੰ ਮਿਲਾਵੇ, ਨਹੀਂ, ਕੋਈ ਆਨ ਮਿਲਾਵੇ। ਕਿਉਂਕਿ ਕੋਈ ਜਨ ਹਰਸਿਓ ਦੇਵੈ ਜੋਰ ਚਰਨ ਗਾਹੋਂ ਬਕੋਂ ਸੁਬਰਸਨਾ ਦੀਜੈ ਪ੍ਰਾਣ ਆਕੋਰ। ਹੇ ਜਿੰਦੇ ਆਖ ਹੇ ਮੇਰੀਓ ਸਖੀਓ ਹੇ ਮੇਰੀਓ ਸੁਹੇਲਿਓ ਕੋਈ ਵੀ ਮੈਨੂੰ ਵਾਹਿਗੁਰੂ ਪਰਮਾਤਮਾ ਲਿਆ ਕੇ ਮਿਲਾ ਦੇਵੇ। ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM। ਆਖ ਹੇ ਮੇਰੀ ਜਿੰਦੜੀਏ ਆਖ ਕਿ ਜਿਹੜਾ ਵੀ ਮੈਨੂੰ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਵੇਗਾ, ਵਾਹਿਗੁਰੂ ਦੀ ਕਥਾ ਮੈਨੂੰ ਸੁਣਾਵੇਗਾ, ਮੈਂ ਉਸ ਨੂੰ ਆਪਣਾ ਤਨ ਵੀ ਮਨ ਵੀ ਅਰਪਣ ਕਰ ਦਿਆਂਗਾ। ਕਿਉਂਕਿ ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀ ਜੈ। ਬਾਬਾ ਨਾਨਕ ਜੀ ਐ ਮਾਲਕ ਜਿਹੜਾ ਤੈਨੂੰ ਮੈਨੂੰ ਤੇਰੀ ਗੱਲ ਸੁਣਾਵੇ ਉਹਨੂੰ ਮੈਂ ਭੇਟਾ ਕੀ ਦੇਵਾਂ। ਤੇ ਆਪ ਹੀ ਜਵਾਬ ਦਿੰਦੇ ਨੇ ਉਸ ਦੇ ਬੈਠਣ ਵਾਸਤੇ ਮੈਂ ਆਪਣਾ ਸੀਸ ਵੱਢ ਕੇ ਆਸਨ ਬਣਾ ਦਿਆਂ। ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀਜੈ। ਹੇ ਮੇਰੀ ਜਿੰਦੇ ਆਖ ਜਿਹੜਾ ਮੈਨੂੰ ਵਾਹਿਗੁਰੂ ਪਰਮਾਤਮਾ ਦੀ ਕਥਾ ਸੁਣਾਵੇਗਾ ਮੈਂ ਉਸ ਨੂੰ ਆਪਣਾ ਤਨ ਵੀ ਤੇ ਆਪਣਾ ਮਨ ਵੀ ਭਾਵ ਆਪਾ ਉਸ ਤੋਂ ਕੁਰਬਾਨ ਕਰ ਦਿਆਂਗਾ। ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦਿਆੜਾ ਫਲ ਪਾਵੇ RAM। ਗੁਰੂ ਦੇ ਸਨਮੁਖ ਹੋ ਕੇ ਹੇ ਮੇਰੀ ਜਿੰਦੇ ਵਾਹਿਗੁਰੂ ਪਰਮਾਤਮਾ ਦਾ ਨਾਮ ਹਰ ਵੇਲੇ ਆਰਾਧਿਆ ਕਰ, ਹਰ ਵੇਲੇ ਜਪਿਆ ਕਰ। ਇਸ ਦਾ ਤੈਨੂੰ ਫਲ ਕੀ ਪ੍ਰਾਪਤ ਹੋਵੇਗਾ? ਜੋ ਕੁਝ ਵੀ ਵਾਹਿਗੁਰੂ ਕੋਲੋਂ ਮੰਗੇਂਗੀ ਤੈਨੂੰ ਉਹ ਪ੍ਰਾਪਤ ਹੋਵੇਗਾ। ਮਨ ਚਿੰਦਿਆੜੇ ਫਲ ਪਾਵੇ RAM ਤੋਂ ਭਾਵ ਵਾਹਿਗੁਰੂ ਪਰਮਾਤਮਾ ਜਦੋਂ ਤੂੰ ਉਹਨੂੰ ਆਰਾਧੇਂਗਾ, ਉਸ ਦਾ ਨਾਮ ਜਪੇਂਗਾ, ਜੋ ਕੁਝ ਮੰਗੇਗਾ ਉਸ ਕੋਲੋਂ ਤੈਨੂੰ ਪ੍ਰਾਪਤ ਹੋ ਜਾਵੇਗਾ। ਕਿਉਂਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਸੋਈ ਸੋਈ ਪਾਵੇਂ ਸੇਵ ਹਰ ਕੇ ਚਰਨ ਰਸਾਇਣ। ਉਸ ਕੋਲੋਂ ਜੋ ਕੁਝ ਵੀ ਮੰਗਾਂਗੇ ਉਹ ਪ੍ਰਾਪਤ ਹੋਵੇਗਾ। ਨਾਨਕ ਭਜ ਹਰ ਸਰਣਾਗਤੀ ਮੇਰੀ ਜਿੰਦੜੀਏ ਵੱਡ ਭਾਗੀ ਨਾਮ ਧਿਆਵੈ RAM। ਆਖਿਆ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਪੈ, ਵਾਹਿਗੁਰੂ ਪਰਮਾਤਮਾ ਦੇ ਕਿਰਪਾ ਦਾ ਪਾਤਰ ਬਣ ਤੇ ਫਿਰ ਤੇਰੇ ਵੀ ਵੱਡੇ ਭਾਗ ਹੋ ਜਾਣਗੇ ਜਦੋਂ ਤੇਰੇ ਉਸ ਤੇ ਉਸ ਦੀ ਕਿਰਪਾ ਵਰਤੇਗੀ। ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾਸੇ RAM। ਹੇ ਮੇਰੀ ਜਿੰਦੇ ਆਖ ਵਾਹਿਗੁਰੂ ਪਰਮਾਤਮਾ ਮੇਰੇ ਉੱਤੇ ਕਿਰਪਾ ਕਰ, ਮੈਨੂੰ ਮਿਲ। ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਇੱਥੇ ਕਿਰਪਾ ਕਰਦੇ ਨੇ, ਹੇ ਮੇਰੀ ਜਿੰਦੇ ਅਰਦਾਸ ਕਰ ਵਾਹਿਗੁਰੂ ਪਰਮਾਤਮਾ ਦੇ ਅੱਗੇ ਤੇ ਆਖ ਵਾਹਿਗੁਰੂ ਜੀ ਮੈਨੂੰ ਮਿਲ। ਤੇ ਜਦੋਂ ਵਾਹਿਗੁਰੂ ਨਾਲ ਮਿਲਾਪ ਹੋਵੇਗਾ, ਗੁਰੂ ਦੀ ਮੱਤ ਨੂੰ ਜੀਵਨ ਅੰਦਰ ਧਾਰਨ ਕਰਾਂਗੇ, ਨਾਮ ਜਪਾਂਗੇ,
ਤੇ ਅੰਦਰ ਜਿਹੜੀ ਹੈ ਪ੍ਰਗਾਸੇ, ਪ੍ਰਗਾਸੇ ਤੋਂ ਭਾਵ ਐਸੀ ਚਮਕ ਆਵੇਗੀ ਜਿਸ ਦਾ ਮੁਕਾਬਲਾ ਹੋਰ ਕੋਈ ਚਮਕ ਨਹੀਂ ਕਰ ਸਕਦੀ। ਹਉ ਹਰ ਬਾਜ ਉਡੀਣੀਆਂ ਮੇਰੀ ਜਿੰਦੜੀਏ, ਜਿਉ ਜਲ ਬਿਨ ਕਮਲ ਉਦਾਸੇ RAM। ਆਖ ਹੇ ਜਿੰਦੇ ਵਾਹਿਗੁਰੂ, ਤੇਰੇ ਤੋਂ ਬਗੈਰ ਮੈਂ ਉਦਾਸ ਹਾਂ, ਕੁਮਲਾਈ ਹੋਈ ਹਾਂ। ਕਿਵੇਂ? ਜਿਵੇਂ ਕਮਲ ਨੂੰ ਪਾਣੀ ਨਾ ਮਿਲੇ ਤੇ ਕਮਲ ਜਿਹੜਾ ਹੈ ਕਮਲਾ ਜਾਂਦਾ ਹੈ, ਇਸੇ ਤਰ੍ਹਾਂ ਆਖਾਂ ਜੀਵਾਂ ਵਿਸਰੈ ਮਰ ਜਾਉ ਵਾਲੀ ਅਵਸਥਾ ਜੀਵਨ ਦੇ ਅੰਦਰ ਧਾਰਨ ਕਰਨੀ ਕਰ। ਗੁਰਪੂਰੈ ਮਿਲਾਇਆ ਮੇਰੀ ਜਿੰਦੜੀਏ, ਹਰ ਸੱਜਣ ਹਰ ਪ੍ਰਭ ਪਾਸੇ RAM। ਹੇ ਮੇਰੀ ਜਿੰਦੜੀਏ, ਜਿਨ੍ਹਾਂ ਨੂੰ ਗੁਰੂ ਨੇ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾ ਦਿੱਤਾ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਹਰ ਪਾਸੇ ਹਰ ਜਗ੍ਹਾ ਅੰਗ ਸੰਗ ਨਜ਼ਰ ਆਉਂਦਾ ਹੈ। ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦੂਰ ਨਜ਼ਰ ਨਹੀਂ ਆਉਂਦਾ, ਅੰਗ ਸੰਗ ਨਜ਼ਰ ਆਉਂਦਾ ਹੈ। ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ, ਜਨ ਨਾਨਕ ਨਾਮ ਬਿਗਾਸੇ RAM। ਹੇ ਮੇਰੀ ਜਿੰਦੇ, ਆਖ ਉਹ ਗੁਰੂ ਧਨ ਹੈ, ਸਲਾਹੁਣ ਯੋਗ ਹੈ, ਜਿਸ ਦੀ ਕਿਰਪਾ ਦੇ ਨਾਲ ਜਦੋਂ ਨਾਮ ਪ੍ਰਾਪਤ ਹੁੰਦਾ ਹੈ ਤੇ ਨਾਮ ਦੇ ਰਾਹੀਂ ਫਿਰ ਜਿਹੜਾ ਨਾ ਹਰ ਪਾਸੇ ਖੇੜਾ ਹੀ ਖੇੜਾ ਨਜ਼ਰ ਆਉਂਦਾ ਹੈ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਸਾਡੀ ਜ਼ਿੰਦਗੀ ਦਾ ਪ੍ਰਯੋਜਨ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ। ਇਹ ਨਾਮ ਗੁਰੂ ਦੇ ਰਾਹੀਂ ਪ੍ਰਾਪਤ ਹੋਵੇਗਾ। ਗੁਰੂ ਨਾਲ ਮਿਲਾਪ ਵਾਹਿਗੁਰੂ ਦੀ ਕਿਰਪਾ ਨਾਲ ਹੁੰਦਾ ਹੈ ਤੇ ਵਾਹਿਗੁਰੂ ਨਾਲ ਮਿਲਾਪ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਇਸੇ ਵਾਸਤੇ ਸਾਨੂੰ ਇਹ ਗੱਲ ਸਮਝਾਈ ਗਈ ਹੈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਇਹ ਮਨ ਅੰਦਰ ਵਿਸ਼ਵਾਸ ਪੈਦਾ ਕਰਕੇ ਜੀਵਨ ਅੰਦਰ ਵਿਚਰਾਂਗੇ, ਸਾਧ ਸੰਗਤ ਜੀਵਨ ਸਫਲ ਹੋਵੇਗਾ। ਆਓ ਲੜੀਵਾਰ ਸ਼ਬਦ ਜੋ ਹੈ ਉਸ ਦੀ ਵਿਚਾਰ ਆਪਾਂ ਰਹਿੰਦੇ ਮਿੰਟਾਂ ਦੇ ਅੰਦਰ ਸਾਂਝੀ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਗ ਰਾਮ ਕਲੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ। ਕਿਸ ਪਰਵਾਸੈ ਵਿੱਚ ਰਹਿ ਭਵਨ, ਮੂੜ ਮੁਗਦ ਤੇਰਾ ਸੰਗੀ ਕਵਨ। ਮੂੜ ਮੁਗਦ ਤੇਰਾ ਸੰਗੀ ਕਵਨ, ਕਿਸ ਪਰਵਾਸੈ ਵਿਚਰੈ ਭਵਨ। ਹੈ ਮੂਰਖ ਮਨ। ਮੂੜ ਦਾ ਭਾਵ ਵੀ ਮੂਰਖ ਤੇ ਮੁਗਦ ਦਾ ਭਾਵ ਵੀ ਮੂਰਖ। ਇਹਨੂੰ ਆਪਾਂ ਇਉਂ ਕਹਿ ਲਈਏ, ਹੇ ਮਹਾ ਮੂਰਖ, ਤੂੰ ਕਿਸ ਦੇ ਸਹਾਰੇ ਜਗਤ ਵਿੱਚ ਵਿਚਰ ਰਿਹਾ ਹੈ? ਵਾਹਿਗੁਰੂ ਤੋਂ ਬਗੈਰ ਤੇਰਾ ਸੰਗੀ ਕੌਣ ਹੈ? ਕਿਸ ਪਰਵਾਸੈ ਵਿਚਰੈ ਭਵਨ, ਮੂੜ ਮੁਗਦ ਤੇਰਾ ਸੰਗੀ ਕਵਨ। ਐ ਮਹਾ ਮੂਰਖ, ਇਹ ਵੇਖ ਵਾਹਿਗੁਰੂ ਪਰਮਾਤਮਾ ਤੋਂ ਬਗੈਰ ਤੇਰਾ ਸੰਗੀ ਕੌਣ ਹੈ? ਤੂੰ ਕਿਸ ਦੇ ਸਹਾਰੇ ਪ੍ਰਵਾਸੇ ਸੰਸਾਰ ਦੇ ਅੰਦਰ ਵਿਚਰ ਰਿਹਾ ਹੈ? ਰਾਮ ਸੰਗੀ ਤਿਸ ਗਤ ਨਹੀਂ ਜਾਣੈ। ਕਿਉਂਕਿ ਰਾਮ ਨੂੰ ਛੱਡ ਕੇ ਤੂੰ ਹੋਰਨਾਂ ਨੂੰ ਸੰਗੀ ਬਣਾਇਆ ਹੋਇਆ ਹੈ। ਵਾਹਿਗੁਰੂ ਪਰਮਾਤਮਾ ਨੂੰ ਤੂੰ ਜਾਣਨ ਦਾ ਯਤਨ ਨਹੀਂ ਕੀਤਾ, ਸਮਝਣ ਦਾ ਯਤਨ ਨਹੀਂ ਕੀਤਾ। ਤੈਨੂੰ ਇਹ ਸਮਝ ਨਹੀਂ ਆਈ ਕਿ ਅਸਲੀ ਸੰਗੀ, ਅਸਲੀ ਸਾਥੀ, ਅਸਲੀ ਨਾਲ ਨਿਭਣ ਵਾਲਾ ਤਾਂ ਕੇਵਲ ਵਾਹਿਗੁਰੂ ਪਰਮਾਤਮਾ ਹੈ। ਉਹਨੂੰ ਤੂੰ ਜਾਣਿਆ ਨਹੀਂ, ਉਸ ਨੂੰ ਤੂੰ ਸਮਝਣ ਦਾ ਯਤਨ ਨਹੀਂ ਕੀਤਾ। ਪੰਚ ਬਟਵਾਰੇ ਸੇ ਮੀਤ ਕਰ ਮਾਨਹਿ। ਪੰਜ ਜਿਹੜੇ ਬਟਵਾਰੇ ਨੇ, ਭਾਵ ਰਾਹ ਵਿੱਚ ਠੱਗਣ ਵਾਲੇ ਨੇ। ਪੰਜ ਚੋਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਤੂੰ ਆਪਣਾ ਮਿੱਤਰ ਬਣਾਇਆ ਹੋਇਆ।
ਇਹਨਾਂ ਨੂੰ ਤੂੰ ਆਪਣਾ ਸੰਗੀ ਬਣਾਇਆ ਹੋਇਆ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਨ। ਪਾਤਸ਼ਾਹ ਜੀ ਆਖਦੇ ਨੇ, ਸੰਗ ਸਖਾ ਸਭ ਤਜ ਗਏ, ਕਉ ਨ ਨਿਭਿਓ ਸਾਥ। ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ, ਹਰ ਜਸ ਰੀ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਅਸਲੀ ਸੰਗੀ ਵਾਹਿਗੁਰੂ ਪਰਮਾਤਮਾ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਉਹਦੇ ਨਾਲ ਤੂੰ ਪਿਆਰ ਨਹੀਂ ਪਾਇਆ, ਪੰਜਾਂ ਵਿਕਾਰਾਂ ਦੇ ਨਾਲ ਤੂੰ ਆਪਣੀ ਮਿੱਤਰਤਾ ਬਣਾਈ ਹੋਈ, ਤੇ ਕਿਸ ਦੇ ਪ੍ਰਵਾਸੇ ਜਗਤ ਵਿੱਚ ਵਿਚਰ ਰਿਹਾ ਹੈ। ਹੇ ਮੂਰਖ ਸ਼ਬਦ ਜਿਹੜਾ ਇੱਥੇ ਵਰਤਿਆ ਹੈ। ਸੋ ਕਰ ਸੇਵ ਜਿਤ ਯੁਧ ਰਹਿ ਮੀਤ। ਹੇ ਮਿੱਤਰ, ਉਹ ਘਰ ਸੇਵ, ਉਸ ਘਰ ਵਿੱਚ ਆਪਣੇ ਆਪ ਨੂੰ ਟਿਕਾ ਜਿਸ ਘਰ ਵਿੱਚ ਰਹਿ ਕੇ ਤੂੰ ਉਧਰਨਾ ਹੈ। ਭਾਵ ਤੇਰਾ ਬਚਾਅ ਹੋਣਾ ਹੈ, ਭਵ ਸਾਗਰ ਤੋਂ ਤੂੰ ਪਾਰ ਲੰਘਣਾ ਹੈ। ਉਸ ਘਰ ਦੇ ਅੰਦਰ ਆਪਣੇ ਆਪ ਨੂੰ ਟਿਕਾਈ ਰੱਖ। ਉਹ ਘਰ ਕਿਹੜਾ ਹੈ? ਰੋਜ਼ ਆਪਾਂ ਪੜ੍ਹਦੇ ਹਾਂ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਨਹਾਰੋ। ਬਾਬਾ ਜੈ ਘਰ ਕੀਰਤ ਆਖੀਐ, ਮਹਾਰਾਜ ਆਖਦੇ ਨੇ ਜਿਹੜੇ ਘਰ ਦੇ ਵਿੱਚ ਕੀਰਤੀ ਹੁੰਦੀ ਹੈ ਵਾਹਿਗੁਰੂ ਪਰਮਾਤਮਾ ਦੀ, ਉਸ ਘਰ ਦੇ ਅੰਦਰ ਆਪਣੇ ਆਪ ਨੂੰ ਟਿਕਾ, ਤੇਰਾ ਪਾਰ ਉਤਾਰਾ ਹੋਵੇਗਾ। ਗੁਣ ਗੋਵਿੰਦ ਰਵਿਯ ਦਿਨ ਰਾਤੀ, ਸਾਧ ਸੰਗ ਕਰ ਮਨ ਕੀ ਪ੍ਰੀਤ। ਦਿਨ ਰਾਤ ਵਾਹਿਗੁਰੂ ਪਰਮਾਤਮਾ ਦੇ ਗੁਣ ਗਾ, ਸਾਧ ਸੰਗਤ ਦੇ ਰਾਹੀਂ ਕੇਵਲ ਤੇ ਕੇਵਲ ਵਾਹਿਗੁਰੂ ਨਾਲ ਹੀ ਮਨ ਕਰਕੇ ਪ੍ਰੀਤ ਪਾਰੀ ਕਰ। ਰਹਾਉ ਜਨਮ ਬਿਹਾਨੋ ਅਹੰਕਾਰ ਅਰਵਾਦ। ਸਤਿਗੁਰਾਂ ਦੀ ਬਾਣੀ ਸ਼ਬਦ ਸਾਡੇ ਵਾਸਤੇ ਸੀਸਾ ਹੈ, ਇਹ ਦੂਜਿਆਂ ਵਾਸਤੇ ਨਹੀਂ। ਪੜ੍ਹਨ ਵਾਲਾ, ਵਿਚਾਰਨ ਵਾਲਾ ਵੀ ਇਸ ਨੂੰ ਆਪਣੇ ਸਾਹਮਣੇ ਰੱਖੇ। ਮਹਾਰਾਜ ਕਿਰਪਾ ਕਰਦੇ ਨੇ, ਜਨਮ ਸਿਰਾਨੋ ਅਹੰਕਾਰ ਅਰਬਾਦ। ਜੀਵਨ ਤੇਰਾ ਬਤੀਤ ਹੋ ਰਿਹਾ ਹਉਮੈ ਵਿੱਚ ਤੇ ਝਗੜਿਆਂ ਵਿੱਚ। ਜੇ ਆਪਾਂ ਚਾਰ ਚਫੇਰੇ ਧਿਆਨ ਮਾਰ ਕੇ ਵੇਖੀਏ, ਸਤ ਸੰਗਤ ਮੈਂ ਇਸੇ ਦਾ ਹੀ ਝਗੜਾ ਸਾਰੇ ਪਾਸੇ ਪਿਆ ਹੋਇਆ। ਮਹਾਰਾਜ ਕਿਰਪਾ ਕਰਦੇ ਨੇ, ਤੇਰਾ ਜਨਮ ਬਤੀਤ ਹੋ ਰਿਹਾ ਹੰਕਾਰ ਵਿੱਚ ਤੇ ਝਗੜਿਆਂ ਵਿੱਚ। ਤ੍ਰਿਪਤ ਨ ਆਵੈ ਵਿਖਿਆ ਸਾਧ। ਮਾਇਆ ਦੇ ਸਵਾਦ ਤੋਂ ਆਪਣੇ ਜੀਵਨ ਦੇ ਅੰਦਰ ਬੜੇ ਕਰਦਾ ਹੈ, ਪਰ ਇਹਦੇ ਨਾਲ ਤ੍ਰਿਪਤੀ ਨਹੀਂ ਆਂਦੀ, ਸੰਤੋਖ ਨਹੀਂ ਆਂਦਾ। ਭਰਮਤ ਭਰਮਤ ਮਹਾ ਦੁਖ ਪਾਇਆ। ਭਰਮ ਕੇ ਤੋਂ ਬਹੁਤ ਦੁੱਖ ਪਾਇਆ ਹੈ। ਤਰੀ ਨ ਜਾਈ ਦੁਤਰ ਮਾਇਆ। ਇਹ ਮਾਇਆ ਜਿਹੜੀ ਦੁਸ਼ਤਰ ਹੈ, ਜਿਹਨੂੰ ਤਰਨਾ ਬੜਾ ਔਖਾ ਹੈ, ਇਸ ਢੰਗ ਨਾਲ ਇਸ ਤੋਂ ਤਰਿਆ ਨਹੀਂ ਜਾ ਸਕਦਾ, ਭਾਵ ਇਸ ਤੋਂ ਬਚਾ ਨਹੀਂ ਹੋ ਸਕਦਾ। ਕਾਮ ਨ ਆਵੈ ਸੋ ਕਾਰ ਕਮਾਵੈ। ਸਾਰੀ ਜ਼ਿੰਦਗੀ ਤੂੰ ਉਹ ਕੰਮ ਕਰਦਾ ਹੈ ਜਿਹੜੇ ਕੰਮ ਤੇਰੇ ਕੰਮ ਨਹੀਂ ਆਣੇ। ਜਿਹੜੇ ਕੰਮ ਤੇਰੇ ਕੰਮ ਨਹੀਂ ਆਣੇ, ਉਹ ਕੰਮ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਕਰਦਾ ਹੈ। ਆਪ ਬੀਜ ਆਪੇ ਹੀ ਖਾਵੈ। ਪਰ ਚੇਤੇ ਰੱਖੀ ਕਿਰਤ ਕਰਦਿਆ ਕਿ ਜੋ ਕੁਝ ਤੂੰ ਬੀਜ ਰਿਹਾ ਹੈ ਤੈਨੂੰ ਖਾਣਾ ਪਵੇਗਾ, ਜੋ ਕੁਝ ਕਰ ਰਿਹਾ ਹੈ ਉਸ ਦਾ ਫਲ ਤੈਨੂੰ ਭੁਗਤਣਾ ਪਵੇਗਾ। ਕਿਉਂਕਿ ਆਪੇ ਬੀਜ ਆਪੇ ਹੀ ਖਾਓ ਵਾਲੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ। ਤੇਰੀ ਥਾਂ ਤੇ ਕਿਸੇ ਦੂਜੇ ਨੇ ਤੇਰੇ ਕੀਤੇ ਦਾ ਫਲ ਨਹੀਂ ਪਾੜਾ, ਤੈਨੂੰ ਆਪ ਹੀ ਪਾਣਾ ਪਵੇਗਾ। ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਂ ਵਾਲੀ ਗੱਲ ਮਹਾਰਾਜ ਚੇਤੇ ਕਰਾ ਰਹੇ ਨੇ। ਰਾਖਨ ਕਉ ਦੂਸਰ ਨਹੀਂ ਕੋਏ। ਰੱਖਿਆ ਕਰਨ ਵਾਲਾ ਹੋਰ ਦੂਜਾ ਕੋਈ ਨਹੀਂ। ਤਉ ਨਿਸਤਰੈ ਜੋ ਕਿਰਪਾ ਹੋਏ। ਨਿਸਤਾਰਾ ਤਾਂ ਹੀ ਹੋਵੇਗਾ ਜੇ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਜੀਵਨ ਦੇ ਅੰਦਰ ਹੋ ਜਾਵੇ। ਪਤਤ ਪੁਨੀਤ ਪ੍ਰਭ ਤੇਰੋ ਨਾਮ। ਵਾਹਿਗੁਰੂ ਪ੍ਰਮਾਤਮਾ ਜੀ ਤੇਰਾ ਪਤਤਾਂ ਤੋਂ ਪੁਨੀਤ
ਪਵੀਤ ਕਰਨ ਵਾਲਾ, ਪਵਿੱਤਰ ਕਰਨ ਵਾਲਾ ਨਾਮ ਹੈ। ਆਪਣੇ ਦਾਸ ਕਉ ਕੀਜੈ ਦਾਨ। ਬਸ ਆਪਣੇ ਦਾਸ ਨੂੰ ਕਿਰਪਾ ਕਰਕੇ ਇਹ ਨਾਮ ਦਾਤ ਦੇ, ਜਿਹੜੇ ਅਪਵਿੱਤਰ ਨੇ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹੈ। ਕਰ ਕਿਰਪਾ ਪ੍ਰਭ ਗਤ ਕਰ ਮੇਰੀ। ਵਾਹਿਗੁਰੂ ਪਰਮਾਤਮਾ ਜੀ ਕਿਰਪਾ ਕਰ, ਮੇਰੀ ਜਿਹੜੀ ਅਵਸਥਾ ਨੀਵੀਂ ਬਣੀ ਪਈ ਹੈ, ਮੇਰੇ ਵਿਚਾਰ ਨੀਵੇਂ ਬਣੇ ਪਏ ਹਨ, ਮੇਰੀ ਸੋਚ ਨੀਵੀਂ ਬਣੀ ਪਈ ਹੈ, ਮੇਰੀ ਅਵਸਥਾ ਉੱਚੀ ਬਣਾ ਦੇ, ਮੇਰੀ ਸੋਚ ਉੱਚੀ ਬਣ ਜਾਵੇ, ਮੇਰੇ ਵਿਚਾਰ ਉੱਚੇ ਬਣ ਜਾਣ। ਸਰਣ ਗਹੀ ਨਾਨਕ ਪ੍ਰਭ ਤੇਰੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ ਆਪ ਜੀ ਦਾ ਇਹ ਬਿਰਦ ਹੈ। ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਕਿਰਪਾ ਕਰੋ ਜਿਵੇਂ ਤੁਹਾਨੂੰ ਚੰਗਾ ਲੱਗੇ ਮੇਰਾ ਪਾਰ ਉਤਾਰਾ ਕਰ ਦੇਵੋ। ਆਪਾਂ ਵੀ ਗੁਰੂ ਚਰਨਾਂ ਦੇ ਅੰਦਰ ਸੰਸਾਰਿਕ ਸੁੱਖਾਂ ਦੇ ਵਿੱਚ ਰਹਿੰਦਿਆਂ, ਸੰਸਾਰੀ ਦਾਤਾਂ ਦਾ ਆਨੰਦ ਮਾਣਦਿਆਂ, ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਕੇ ਮੰਗਿਆ ਕਰੀਏ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿਉਂਕਿ ਅਰਦਾਸ ਕਰਨ ਦਾ ਢੰਗ ਸਤਿਗੁਰਾਂ ਨੇ ਸਾਨੂੰ ਬਖਸ਼ਿਆ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ। ਹਮ ਲਾਵੇ ਆਪਨ ਪਾਲੀ, ਆਓ ਬਾਣੀ ਨਾਲ ਜੁੜੀਏ, ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ, ਲੋਕ ਨਾਲ ਪਰਲੋਕ ਸੌਰੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਧੰਨਵਾਦ ਸਤਿਗੁਰਾਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਪਤਿਤ ਪੁਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕਉ ਕੀਜੈ ਦਾਨ। ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸ਼ਰਨ ਗਈ ਨਾਨਕ ਪ੍ਰਭ ਤੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।